ਪਾਪਾ ਦਾ ਸਾਰਾ ਬੈਂਕ ਬੈਲੈਂਸ ਉਧਰ ਚਲੇ ਗਿਆ, ਮੰਗ ਸਕਦਾ ਨਹੀਂ ਸੀਗਾ। ਜੇਕਰ ਮੰਗਦਾ ਤਾਂ ਕਿਹੜੇ ਮੂੰਹ ਨਾਲ ਮੰਗਦਾ। ਪਰ ਮਨ ਦੇ ਵਿੱਚ ਇਹ ਸੀਗਾ ਕਿ ਯਾਰ ਕੀ ਕਰੀਏ, ਸੁਸਾਈਡ ਹੀ ਕਰ ਲੈਂਦੇ ਆ। ਨਾ ਤਾਂ ਭਾਈ ਕੋਈ ਅੱਗਾ ਦਿਖਦਾ ਨਾ ਪਿੱਛਾ ਦਿਖਦਾ ਸੀਗਾ ਕਿ ਜਾਂ ਸੁਸਾਈਡ ਕਰ ਲੈਂਦੇ ਯਾਰ, ਘਰ ਦੇ ਵੀ ਸਾਲੇ ਆਪਾਂ ਵੀ ਸਾਲੇ। ਪਲੇਰਾਂ ਦੇ ਸਰੀਰ ਢੀਲੇ ਆ ਪਰ ਇਹ ਸਰੀਰ ਬਣਾਉਣੇ ਬਹੁਤ ਔਖੇ ਆ। ਕਿ ਇੱਕ ਵਾਰ ਦਾ ਸੱਚ ਮੰਨੋ ਕਿ ਮੈਂ ਘਰੋਂ ਸੁਸਾਈਡ ਕਰਨ ਵਾਸਤੇ ਚਲਿਆ ਗਿਆ ਸੀ। ਮੰਮੀ ਨੂੰ ਮਿਲਿਆ, ਡੈਡੀ ਨੂੰ ਮਿਲਿਆ ਕਿ ਮੈਂ ਮਾਰਕੀਟ ਹੋ ਕੇ ਆਉਣਾ, ਛੱਡ ਨਹੀਂ ਹੁੰਦਾ ਤੋੜ ਲੱਗਦੀ ਹੈ। ਫਿਰ ਉਹਨਾਂ ਨੂੰ ਕਹਿਣਾ ਕਿ ਯਾਰ ਨਹੀਂ ਕਿ ਤੂੰ ਇਨਸਾਨ ਕਿਉਂ ਨਹੀਂ ਕਰ ਸਕਦਾ, ਸਭ ਕੁਝ ਕਰਦਾ। ਇੱਕ ਵਾਰ ਤੁਸੀਂ ਯਾਰ ਆ ਕੇ ਤਾਂ ਦੇਖੋ, ਜੇ ਕੋਈ ਬੋਡੀ ਬਿਲਡਰ ਮਰਦਾ ਆ ਤਾਂ ਲੋਕਾਂ ਦਾ ਸਭ ਤੋਂ ਪਹਿਲਾ ਰਿਐਕਸ਼ਨ ਤਾਂ ਕੀ ਹੁੰਦਾ, ਟੀਕਾ ਲਾ ਲਿਆ ਹੋਣਾ ਯਾਰ, ਓਵਰਡੋਜ਼ ਲਾ ਲਈ ਯਾਰ ਇਹਨੇ, ਮਰ ਗਿਆ। ਪੈਸੇ ਨਾ ਕਿਸੇ ਕੰਮਾਂ ਦਾ ਭਰਦੀ। ਜਿਵੇਂ ਮੈਂ ਪਹਿਲਾਂ ਆਪਣਾ ਗੁਜ਼ਰਿਆ ਕੱਲ ਦੇਖਾਂ ਕਿ ਮੈਂ 9 ਲੱਖ ਰੁਪਇਆ ਖਰਾਬ ਕਰਕੇ ਆਇਆ ਸੀਗਾ ਤੇ ਅੱਜ ਦਾ ਟਾਈਮ ਦੇਖਾਂ ਮੈਂ ਠੀਕ ਹਾਂ ਭਾਜੀ, ਬਹੁਤ ਠੀਕ ਹੈ। ਮੈਂ ਮਰ ਜਾਂਦਾ, ਮੇਰੇ ਪੇਰੈਂਟਸ ਰੋਜ਼ ਮਰਦੇ। ਜ਼ਿੰਦਗੀ ਜਿੰਨੀ ਸਖਾਲੀ ਦਿੰਦੀ ਹੈ ਇੰਨੀ ਸਖਾਲੀ ਨਹੀਂ ਹੁੰਦੀ। ਕਈ ਵਾਰ ਬੰਦਾ ਜ਼ਿੰਦਗੀ ਦੇ ਵਿੱਚ ਮੰਜ਼ਿਲਾਂ ਤੱਕ ਪਹੁੰਚਦਾ ਜੇਕਰ ਕਹਿ ਦਈਏ ਤਾਂ ਮੰਜ਼ਿਲਾਂ ਤੋਂ ਹਾਰ ਮੰਨ ਲੈਂਦਾ ਹੈ। ਜ਼ਿੰਦਗੀ ਦੇ ਵਿੱਚ ਬੰਦੇ ਨੂੰ ਕਿਸਮਤ ਵੀ ਧੋਖਾ ਦੇ ਜਾਂਦੀ ਹੈ, ਮਕਾਮ ਤੇ ਨਹੀਂ ਪਹੁੰਚਦਾ ਬੰਦਾ। ਉਸ ਹਾਰ ਨੂੰ ਦੇਖਦੇ ਹੋਏ ਬੰਦਾ ਆਪਣੀ ਜ਼ਿੰਦਗੀ ਤੋਂ ਹਾਰ ਜਾਂਦਾ ਹੈ, ਕਈ ਵਾਰੀ ਗਲਤ ਪਾਸੇ ਨੂੰ ਚਲਿਆ ਜਾਂਦਾ ਹੈ। ਪਰ ਕੁਝ ਚੁਣਿੰਦਾ ਲੋਕ ਹੁੰਦੇ ਆ ਜੋ ਆਪਣੀ ਜ਼ਿੰਦਗੀ ਦੇ ਨਾਲ ਲੜਦੇ ਆ, ਸੰਘਰਸ਼ ਕਰਦੇ ਆ ਤੇ ਇੱਕ ਨਾ ਇੱਕ ਦਿਨ ਜਿਹੜਾ ਹੈ ਮਕਾਮ ਹਾਸਲ ਕਰਦੇ ਆ ਦੁਨੀਆ ਤੇ। ਅਜਿਹੇ ਚੁਣਿੰਦਾ ਲੋਕਾਂ ਦੇ ਵਿੱਚੋਂ ਇੱਕ ਵਿਅਕਤੀ ਅੱਜ ਸਾਡੇ ਨਾਲ ਮੌਜੂਦ ਹੈ, ਬਿੱਟੂ ਅਮਲੋਹ ਨੇ ਜੇਕਰ ਆਪਾਂ ਗੱਲ ਕਰ ਲਈਏ ਤਾਂ ਬਿੱਟੂ ਅਮਲੋਹ ਦੀ ਵੀ ਜ਼ਿੰਦਗੀ ਦੀ ਕਹਾਣੀ ਕੁਝ ਇਦਾਂ ਦੀ ਹੈ। ਆਪਣੀ ਜ਼ਿੰਦਗੀ ਦੇ ਵਿੱਚੋਂ ਫੇਲ ਹੋਇਆ ਬਿੱਟੂ ਅਮਲੋਹ, ਪਰ ਫੇਲ ਹੋਣ ਤੋਂ ਬਾਅਦ ਸਟਰਗਲ ਕੀਤੀ ਬਿੱਟੂ ਅਮਲੋਹ ਨੇ ਤੇ ਅੱਜ ਇੱਕ ਮੁਕਾਮ ਤੇ ਹੈ ਬਿੱਟੂ ਅਮਲੋਹ। ਦੇਖ ਕੇ ਲੋਕ ਉਹਨੂੰ ਬਿੱਟੂ ਅਮਲੋਹ ਨੂੰ ਜੇਕਰ ਕਹਿ ਦਈਏ ਤਾਂ ਜਿਉਣ ਦਾ ਤਰੀਕਾ ਸਿੱਖਦੇ ਆ। ਬਿੱਟੂ ਅਮਲੋਹ ਨੂੰ ਦੇਖ ਕੇ ਬਿੱਟੂ ਅਮਲੋਹ ਸਾਡੇ ਨਾਲ ਮੌਜੂਦ ਹੈ। ਬਿੱਟੂ ਅਮਲੋਹ ਤੋਂ ਜਾਣ ਲੈਂਦੇ ਆ ਕੀ ਹੈ ਬਿੱਟੂ ਅਮਲੋਹ ਦੇ ਸੰਘਰਸ਼ਾਂ ਦੀ ਕਹਾਣੀ। ਬਾਈ ਜੀ, ਬਿੱਟੂ ਜੀ ਕੀ ਹਾਲ ਹੈ, ਠੀਕ ਹੋ? ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਭਾਜੀ। ਕਿਵੇਂ ਲੰਘਦੀ ਆ ਜ਼ਿੰਦਗੀ ਅੱਜ ਇੱਥੇ? ਜ਼ਿੰਦਗੀ ਭਾਜੀ ਬਹੁਤ ਵਧੀਆ। ਹਾਂ, ਬੰਦਾ ਸੰਘਰਸ਼ਾਂ ਤੋਂ ਹਾਰ ਜਾਂਦਾ ਕਈ ਵਾਰੀ, ਸੰਘਰਸ਼ਾਂ ਮੂਹਰੇ ਆਪਣੀ ਜ਼ਿੰਦਗੀ ਹਾਰ ਦਿੰਦਾ। ਬਿੱਟੂ ਦੀ ਗੱਲ ਕਰੀਏ, ਜੇਕਰ ਬਿੱਟੂ ਅਮਲੋਹ ਦੀ ਗੱਲ ਕਰੀਏ ਤਾਂ ਜ਼ਿੰਦਗੀ 'ਚ ਕਿਹੜਾ ਸੰਘਰਸ਼ ਬਿੱਟੂ ਅਮਲੋਹ ਨੇ ਕਿਹੜੇ ਪੜਾਵਾਂ 'ਚ ਦੀ ਲੰਘਿਆ, ਆਪਾਂ ਉਹਨਾਂ ਦੀ ਗੱਲ ਕਰ ਲਈਏ ਜੀ। ਭਾਜੀ ਜ਼ਿੰਦਗੀ ਸੰਘਰਸ਼ ਤਾਂ ਬਹੁਤ ਦੇਖਿਆ ਜੀ, ਉਤਰਾਅ ਵੀ ਹੈ, ਚੜ੍ਹਾਅ ਵੀ ਹੈ, ਪਰ ਇਹ ਚੱਲਦਾ ਰਹਿੰਦਾ। ਜੇ ਆਪਾਂ ਦੇਖੀਏ ਝੁਕਾਅ ਦੀ ਗੱਲ ਦੇਖੀਏ ਤਾਂ ਬਹੁਤ ਜ਼ਿਆਦਾ ਝੁਕਾਅ ਦੀ ਜ਼ਿੰਦਗੀ ਸੀ ਪਹਿਲਾਂ ਮੇਰੀ। ਮੈਂ 2016 ਵਿੱਚ ਇਟਲੀ ਗਿਆ ਸੀਗਾ ਤੇ ਕੁਝ ਚੀਜ਼ ਕਰਕੇ ਮੈਂ ਉੱਥੋਂ ਵਾਪਸ ਆ ਗਿਆ ਤੇ ਮੈਂ ਉੱਥੇ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ। ਲਾਈਕ ਜਦੋਂ ਮੈਂ ਇੰਡੀਆ ਆਇਆ, ਪੰਜਾਬ ਆਇਆ ਤਾਂ ਮੇਰਾ 35 kg weight ਸੀਗਾ ਤੇ ਮੈਂ ਉਸ ਟਾਈਮ ਤੇ ਆ ਕੇ ਥੱਕ ਗਿਆ ਸੀ, ਹਾਰ ਗਿਆ ਸੀ ਕਿ ਯਾਰ ਜ਼ਿੰਦਗੀ ਖਤਮ ਹੈ, ਕਿਉਂਕਿ ਪੈਸੇ ਖਤਮ ਹੋ ਗਏ ਸੀਗੇ। ਪਾਪਾ ਦਾ ਸਾਰਾ ਬੈਂਕ ਬੈਲੈਂਸ ਉਧਰ ਚਲੇ ਗਿਆ, ਮੰਗ ਸਕਦਾ ਨਹੀਂ ਸੀਗਾ। ਜੇਕਰ ਮੰਗਦਾ ਤਾਂ ਕਿਹੜੇ ਮੂੰਹ ਨਾਲ ਮੰਗਦਾ। ਸ਼ਰਮ ਸੀਗੀ ਕਿ ਯਾਰ ਜੋ ਪੇਰੈਂਟਸ ਨੇ ਕੀਤਾ ਸੀ ਮੇਰੇ ਲਈ ਕੀਤਾ, ਹੁਣ ਦੁਬਾਰਾ ਤਾਂ ਕੀ ਕਰਨਗੇ। ਚਲੋ ਮੈਂ ਨਿਰਾਸ਼ ਹੋ ਕੇ ਭਾਜੀ ਬਹਿ ਗਿਆ। ਕਈ ਵਾਰ ਮਨ ਦੇ ਵਿੱਚ ਇਹ ਸੀਗਾ ਕਿ ਯਾਰ ਕੀ ਕਰੀਏ, ਸੁਸਾਈਡ ਹੀ ਕਰ ਲੈਂਦੇ ਆ। ਨਾ ਤਾਂ ਭਾਜੀ ਕੋਈ ਅੱਗਾ ਦਿਖਦਾ ਨਾ ਪਿੱਛਾ ਦਿਖਦਾ ਸੀਗਾ ਕਿ ਜਾਂ ਸੁਸਾਈਡ ਕਰ ਲੈਂਦੇ ਯਾਰ, ਘਰ ਦੇ ਵੀ ਸਾਲੇ ਆਪਾਂ ਵੀ ਸਾਲੇ। ਕਈ ਵਾਰ ਭਾਜੀ ਫਿਰ ਬਹਿ ਕੇ ਸੋਚਦਾ ਸੀ ਕਿ ਯਾਰ ਸੁਸਾਈਡ ਤੇ ਚੀਜ਼ ਦਾ ਹੱਲ ਹੈ ਨਹੀਂ, ਕਿ ਜੀ ਸਕਦੇ ਆ, ਇਹੋ ਜਿਹੀ ਗੱਲ ਨਹੀਂ। ਪਰ ਕੋਈ ਮੰਤਵ ਨਹੀਂ ਸੀਗਾ ਕਿ ਕਿਸ ਲਈ ਜੀਏ। ਡੈਡੀ ਦਾ ਸਾਰਾ ਬੈਂਕ ਬੈਲੈਂਸ ਖਰਾਬ ਕਰਤਾ, ਇੰਡੀਆ ਆਇਆ। ਕੁਝ ਮਾਂ ਬਾਪ ਨੂੰ ਵੀ ਗੁੱਸਾ ਹੁੰਦਾ ਹੀ ਹੈ ਕਿ ਯਾਰ ਪੈਸੇ ਖਰਾਬ ਹੋ ਗਏ। ਚਲੋ ਉਹ ਆਪਣੀ ਜਗ੍ਹਾ ਤੇ ਵੀ ਠੀਕ ਸੀਗੇ, ਕਿਸਮਤ ਨੇ ਮਾਰ ਮਾਰੀ। ਗਏ ਕਿਹੜੇ ਮੁਲਕ ਸੀਗੇ? ਮੈਂ ਭਾਈ ਇਟਲੀ ਗਿਆ ਸੀ। ਮੈਂ 2016 ਦੀ ਇਟਲੀ ਗਏ। ਕਿੰਨੇ ਕੇ ਪੈਸੇ ਲੱਗੇ ਇਟਲੀ ਜਾਣ ਤੇ? ਉਹ ਪੈਸੇ ਸਾਰੇ ਜਾਣੀ ਕਿ ਵੇਸਟ ਹੋ ਗਏ? ਸਾਰੇ ਵੇਸਟ ਹੋ ਗਏ ਭਾਈ, ਟੋਟਲੀ ਵੇਸਟ ਹੋ ਗਿਆ ਜੀ। ਬਸ ਉਹ ਚੀਜ਼ਾਂ ਕਰਕੇ ਭਾਜੀ ਬਹੁਤ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਮੈਂ। ਕਈ ਵਾਰ ਸੋਚਦਾ ਸੀ ਕਿ ਸੁਸਾਈਡ ਕਰ ਲਈਏ, ਫਿਰ ਸੋਚਦੇ ਸੀ ਨਹੀਂ ਯਾਰ। ਇੱਕ ਵਾਰ ਤਾਂ ਘਰੋਂ ਗਿਆ ਵੀ ਮੈਂ, ਫਿਰ ਸੋਚਿਆ ਨਹੀਂ ਯਾਰ ਵਾਪਸ ਚੱਲੀਏ, ਆਪਾਂ ਮਰ ਜਾਵਾਂਗੇ, ਪੇਰੈਂਟਸ ਤਾਂ ਹਰ ਰੋਜ਼ ਮਰ। ਜੋ ਸਮਾਂ ਮੈਂ ਘਰੇ ਬੈਠਾ ਆਰਾਮ ਨਾਲ, ਮੈਂ ਚਲੋ ਦੇਖਦੇ ਕੀ ਬਣਦਾ। ਫਿਰ ਸੋਚਦੇ ਸੀ ਕਿ ਯਾਰ ਕੁਛ ਕਿਹਦੀ ਗੱਡੀ ਚਲਾ ਲੈਂਦੇ ਆ, ਪਰ ਉਹ ਚੀਜ਼ ਭਾਜੀ ਮਨ ਦੇ ਵਿੱਚ ਹੈ ਨਹੀਂ ਸੀਗੀ ਕਿ ਯਾਰ ਕਿਹੜੇ ਮੂੰਹ ਨਾਲ ਚਲਾਵਾਂਗੇ ਨਹੀਂ। ਤੇ ਉਸ ਤੋਂ ਬਾਅਦ ਦੇ ਵਿੱਚੋਂ ਭਾਜੀ ਫਿਰ ਮੈਂ ਕੀ ਕੀਤਾ, ਜਿਮ ਸਟਾਰਟ ਕੀਤੀ ਕਿ ਇੱਕ ਸਟੈਪ ਤਾਂ ਚੱਲੀਏ ਯਾਰ, ਕਰਕੇ ਜਿਮ ਦਾ ਸ਼ੌਂਕ ਮੈਨੂੰ ਸ਼ੁਰੂ ਤੋਂ ਹੀ ਸੀਗਾ ਕਿ ਯਾਰ ਇੱਕ ਸਟੈਪ ਤਾਂ ਚੱਲੀਏ ਬੈ, ਕੀ ਪਤਾ ਜ਼ਿੰਦਗੀ ਇੱਥੇ ਹੋਰ ਪਾਸੇ ਲੈ ਜਾਵੇ। ਗਏ ਜ਼ਿੰਦਗੀ 'ਚ ਭਾਜੀ ਸਟੈਪ ਪਿੱਛੇ ਲਿਆ ਤਾਂ ਭਾਜੀ ਤੁਹਾਨੂੰ ਪਤਾ ਸੀ ਪੈਸੇ ਪਹਿਲੀ ਖਰਾਬ ਸੀਗੇ, ਕੰਮ ਕੋਈ ਕਰਦੇ ਨਹੀਂ ਸੀਗੇ, ਡਾਈਟ ਲਈ ਪੈਸੇ ਨਹੀਂ ਸੀਗੇ, ਕਿਉਂਕਿ ਇਕੱਲੀ ਵਰਜਿਸ਼ ਨਾਲ ਕੁਛ ਨਹੀਂ ਬਣਦਾ, ਡਾਈਟ ਵੀ ਜ਼ਰੂਰੀ ਹੈ। ਤੇ ਫਿਰ ਸੋਚਦੇ ਸੀ ਯਾਰ ਛੱਡ ਪਰੇ ਰਹਿਣ ਦਿੰਦੇ ਯਾਰ ਕਿ ਡਾਈਟ ਲਈ ਪੈਸੇ ਨਹੀਂ ਹੈਗੇ।
ਜੀ ਤੇ ਫਿਰ ਸੋਚਦੇ ਸੀਗੇ ਕਿ ਯਾਰ ਕੁਝ ਕਰੀਏ, ਹੂੰ ਪ੍ਰਾਈਵੇਟ ਜੌਬ ਕਰੀਏ, ਪਰ ਭਾਜੀ ਉਹ ਹੋਈ ਨਹੀਂ। ਕੀ ਕਰੀਏ, ਕੋਈ ਕਾਰਨ ਸੀਗੇ ਤੇ ਮਜਬੂਰੀਆਂ ਸੀਗੀਆਂ ਬਹੁਤ ਜ਼ਿਆਦਾ ਮੇਰੀਆਂ। ਤੇ ਉਸ ਤੋਂ ਬਾਅਦ ਦੇ ਵਿੱਚੋਂ ਮੈਂ ਆਪਣੀ ਜਿਮ ਸਟਾਰਟ ਕੀਤੀ, ਕੰਟੀਨਿਊ ਕੀਤੀ, ਕਰਦਾ ਰਿਹਾ। ਚਲੋ ਡਾਈਟ ਲਈ ਪੈਸੇ ਨਹੀਂ ਸੀਗੇ, ਚਲੋ ਜੋ ਵੀ ਘਰ ਬਣਦਾ ਸੀ ਉਹ ਖਾਂਦਾ ਰਿਹਾ ਮੈਂ। ਕਈ ਵਾਰ ਯਾਰਾਂ ਦੋਸਤਾਂ ਕੋਲ ਜਾਣਾ, ਉਹਨਾਂ ਨੇ ਕੁਝ ਨਾ ਕੁਝ ਖਵਾ ਦੇਣਾ, ਕਿਉਂਕਿ ਜਿਮ ਵਾਲੇ ਮੁੰਡੇ ਯਾਰ ਦੋਸਤ ਸੀਗੇ। ਤੁਹਾਨੂੰ ਪਤਾ ਇੱਕ ਜਿਮ ਵਾਲੇ ਦੀ ਪ੍ਰੋਬਲਮ ਸਮਝਦਾ। ਚਲੋ ਉਸ ਤੋਂ ਬਾਅਦ ਦੇ ਵਿੱਚੋਂ ਭਾਜੀ ਥੋੜ੍ਹਾ ਜਿਹਾ ਮੈਂ ਆਪਣੀ ਬੋਡੀ ਅਪ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚੋਂ ਮੈਨੂੰ ਕੋਈ ਮੇਰਾ ਫਰੈਂਡ ਖੰਨੇ ਲੈ ਕੇ ਗਿਆ, ਮੇਰੇ ਉਸਤਾਦ ਜੀ ਨੀਲ ਕੁਮਾਰ ਜੀ ਨੇ, ਜਿਮ ਉਹਨਾਂ ਦੀ ਕਰਨ ਹੈਲਥ ਕਲੱਬ ਕਰਨੇ, ਤੇ ਉਹਨਾਂ ਕੋਲ ਮੈਂ ਸਿੱਖਦਾ ਰਿਹਾ ਥੋੜ੍ਹਾ ਮੋਟਾ। ਤੇ ਕਈ ਵਾਰ ਉੱਥੇ ਵੀ ਮਿਹਨਤ ਕਰਨੀ, ਪਰ ਪੈਸੇ ਨਾ ਹੋਣੇ ਡਾਈਟ ਦੇ। ਸਰੀਰ ਦਿੰਦੇ ਆ ਕਈ ਵਾਰੀ ਇੰਸਟਾਗ੍ਰਾਮ ਦੀਆਂ ਰੀਲਾਂ ਦੇ ਵਿੱਚ, ਜੇਕਰ ਆਪਾਂ ਗੱਲ ਕਰ ਲਈਏ ਤਾਂ ਜਿਮਾਂ ਦੇ ਵਿੱਚ ਦਿੰਦੇ ਆ, ਵੱਡੇ ਵੱਡੇ ਮੈਦਾਨਾਂ ਦੇ ਵਿੱਚ, ਖੇਡ ਮੈਦਾਨਾਂ 'ਚ ਪਲੇਅਰਾਂ ਦੇ ਸਰੀਰ ਦਿੰਦੇ ਆ, ਪਰ ਇਹ ਸਰੀਰ ਬਣਾਉਣੇ ਬਹੁਤ ਔਖੇ ਆ ਭਾਜੀ। ਵੀ ਬਣਾਉਣ ਦਾ ਬਹੁਤ ਟਾਈਮ ਲੱਗਦਾ ਜੀ, ਬਹੁਤ ਜ਼ਿਆਦਾ। ਡਾਈਟ ਦੇ ਨਾਲ ਹੀ ਸਰੀਰ ਬਣਦੇ ਆ ਭਾਜੀ, ਬਿਨਾਂ ਡਾਈਟ ਦੇ ਸਰੀਰ ਵੀ ਨਹੀਂ ਬਣਦੇ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਮੈਂ ਭਾਜੀ ਕੋਲ ਗਿਆ, ਭਾਜੀ ਨਾਲ ਗੱਲਬਾਤ ਕੀਤੀ ਕਿ ਭਾਜੀ ਉਹਨਾਂ ਨੇ ਮੈਨੂੰ ਚੰਗੀ ਕੋਚਿੰਗ ਦਿੱਤੀ। ਚਲੋ ਮੇਰਾ ਸਰੀਰ ਕਾਫੀ ਅੱਪ ਹੋਇਆ। ਫਿਰ ਭਾਜੀ ਨੂੰ ਕਿਹਾ ਕਿ ਭਾਜੀ ਤੁਸੀਂ ਇਕੱਲਾ ਸਰੀਰ ਤਕੜਾ ਹੋਣ ਨਾਲ ਵੀ ਗੱਲ ਨਹੀਂ, ਤਾਂ ਕੁਝ ਪਾਕਟ ਮਨੀ ਵੀ ਹੋਣੀ ਚਾਹੀਦੀ ਹੈ। ਤਾਂ ਚਲੋ ਭਾਜੀ ਨੇ ਮੈਨੂੰ ਬਹੁਤ ਕੁਝ ਦੱਸਿਆ ਭਾਜੀ। ਚਲੋ ਮੈਂ ਘਰ ਆ ਕੇ ਦਿਨ ਬੈਠਾ ਤੇ ਮੈਂ ਇੱਕ ਦਿਨ ਮਨ ਵੀ ਸੋਚਿਆ ਕਿ ਯਾਰ ਕਿਉਂ ਨਾ ਮੰਮੀ ਡੈਡੀ ਪਰ ਫਿਰ ਪੁੱਛਿਆ ਜਾਵੇ ਕਿ ਜੋ ਪਿੱਛੇ ਹੋ ਗਿਆ ਸੋ ਹੋ ਗਿਆ। ਮੰਮੀ ਬੈਠੇ ਸੀ, ਡੈਡੀ ਬੈਠੇ ਸੀਗੇ ਤੇ ਵਾਈਫ ਬੈਠੇ ਸੀਗੇ ਮੇਰੇ, ਤੇ ਮੈਂ ਗੱਲਬਾਤ ਕੀਤੀ ਕਿ ਯਾਰ ਮੈਂ ਕੁਝ ਕਰਨਾ ਚਾਹੁੰਦਾ ਦੁਬਾਰਾ, ਪਰ ਭਾਈ ਡਰ ਵੀ ਸੀ, ਕਿਹੜੇ ਮੂੰਹ ਨਾਲ ਪੈਸੇ ਮੰਗਦਾ, ਕਿਹੜੇ ਮੂੰਹ ਨਾਲ ਪੈਸੇ ਮੰਗਦਾ, ਸ਼ਰਮ ਸੀ। ਕਿਸਮਤ ਨੇ ਪਹਿਲਾਂ ਸਾਥ ਨਹੀਂ ਦਿੱਤਾ, ਕਿਸਮਤ ਨੇ ਪਹਿਲਾਂ ਭਾਈ ਮੁੱਦੇ ਮੂੰਹ ਸੁੱਟਤਾ। ਚਲੋ ਮੈਂ ਜਿਗਰਾ ਇਕੱਠਾ ਜਿਹਾ ਕਰਕੇ ਮੈਂ ਮੰਮੀ ਤੇ ਡੈਡੀ ਕੋਲ ਗਿਆ ਕਿ ਡੈਡੀ ਕੀ ਇੱਦਾਂ ਦਾ ਗੱਲ ਹੈ ਜੀ ਕਿ ਮੈਨੂੰ ਇੱਕ ਵਾਰ ਹੋਰ ਸਟੈਂਡ 'ਤੇ ਕਰਨ ਦੀ ਮੈਂ ਆਪਣੇ ਆਪ ਨੂੰ ਕੋਸ਼ਿਸ਼ ਕਰ ਰਿਹਾ, ਕੀ ਹੈਲਪ ਕਰ ਦਿੰਦੇ। ਚਲੋ ਡੈਡੀ ਕਹਿੰਦੇ ਯਾਰ ਹਜੇ ਮੈਨੂੰ ਸੋਚਣ ਨੂੰ ਟਾਈਮ ਦੇ। ਚਲੋ ਭਾਜੀ ਮੈਂ ਉੱਦਾਂ ਹੀ ਆਪਣੇ ਰੂਮ 'ਚ ਆ ਕੇ ਪੈ ਗਿਆ ਤੇ ਦੂਏ ਤੀਏ ਦਿਨ ਡੈਡੀ ਕਹਿੰਦੇ ਚੱਲ ਯਾਰ ਦੇਖਦੇ ਆਪਾਂ ਕੁਝ ਕਰਦੇ ਹਾਂ। ਭਾਜੀ ਮੈਂ ਫਿਰ ਉਸਤਾਦ ਜੀ ਕੋਲ ਗਿਆ, ਉਸਤਾਦ ਜੀ ਨੂੰ ਪੁੱਛਿਆ ਉਸਤਾਦ ਜੀ ਕੀ ਚਲੋ ਪੇਰੈਂਟਸ ਕਹਿ ਰਹੇ ਨੇ, ਤੇ ਭਾਜੀ ਮਸਲਾ ਫਿਰ ਉੱਥੇ ਅੜਦਾ ਸੀਗਾ ਪੈਸੇ ਦਾ। ਪਹਿਲੀ ਭਾਜੀ ਮੈਂ 9 ਲੱਖ ਰੁਪਇਆ ਖਰਾਬ ਕੀਤਾ ਸੀਗਾ। ਤੇ ਭਾਜੀ ਨਾਲ ਗੱਲਬਾਤ ਕੀਤੀ, ਭਾਜੀ ਕਹਿੰਦੇ ਠੀਕ ਹੈ ਜੇ ਤੇਰਾ ਮਨ ਹੈ ਤਾਂ ਆਪਾਂ ਜਿਮ ਖੋਲ੍ਹ ਲੈਂਦੇ ਹਾਂ, ਕਿ ਤੈਨੂੰ ਨੌਲੇਜ ਵੀ ਇਹ ਚੀਜ਼ ਦੀ, ਤੇਰਾ ਕੁਝ ਬਣੇਗਾ ਵੀ ਇਹਦੇ ਵਿੱਚ, ਕਿਉਂਕਿ ਉਸਤਾਦ ਨੂੰ ਪਤਾ ਹੁੰਦਾ ਕਿ ਮੇਰਾ ਕਿਹੜਾ ਸਟੂਡੈਂਟ ਅੱਗੇ ਜਾ ਸਕਦਾ ਕਿਹੜਾ ਨਹੀਂ ਜਾ ਸਕਦਾ। ਚਲੋ ਵਾਪਿਸ ਆਏ, ਡੈਡੀ ਨੂੰ ਕਿਹਾ, ਮੈਂ ਕਿਹਾ ਡੈਡੀ ਜੀ ਠੀਕ ਹੈ। ਡੈਡੀ ਕਹਿੰਦੇ ਬੇਟਾ ਕਿ ਪੈਸੇ ਦਾ ਅਰੇਂਜਮੈਂਟ ਕਿਵੇਂ ਕਰੀਏ ਆਪਾਂ। ਪੈਸੇ ਦੇ ਅਰੇਂਜਮੈਂਟ ਤੋਂ ਬਾਅਦ ਕੀ ਕੀਤਾ, ਕੁਝ ਯਾਰਾਂ ਦੋਸਤਾਂ ਨੂੰ ਪੁੱਛਿਆ ਜੀ, ਕੁਝ ਰਿਸ਼ਤੇਦਾਰਾਂ ਨੂੰ ਪੁੱਛਿਆ, ਕੁਝ ਰਿਸ਼ਤੇਦਾਰਾਂ ਨੇ ਮਨਾ ਵੀ ਕਰਤਾ ਕਿ ਯਾਰ ਨਾ ਹੁੰਦੇ। ਕਈ ਵਾਰ ਇਹ ਹੁੰਦਾ ਭਾਜੀ ਉਸ ਕੋਲੇ ਨਹੀਂ ਹੁੰਦਾ ਤਾਂ ਰਿਸ਼ਤੇਦਾਰ ਇਹ ਸੋਚਦੇ ਕਿ ਯਾਰ ਇਹ ਮੁੜੂ ਕਿੱਥੋਂ। ਇਹਦੀ ਸ਼ਰਮ ਸੀਗੀ ਉਹਨਾਂ ਨੂੰ, ਨਾਲ ਮੈਨੂੰ ਵੀ ਸੀ। ਕਿ ਫਿਰ ਪਾਪਾ ਨੇ ਜਦੋਂ ਹਾਂ ਕਰਤੀ, ਫਿਰ ਆ ਜਿਮ ਪਾਪਾ ਦੀ ਬਦੌਲਤ ਖੜਾ। ਬਿਲਕੁਲ ਜੀ ਬਿਲਕੁਲ, ਪਾਪਾ ਨੇ ਮੇਰਾ ਬਹੁਤ ਸਾਥ ਦਿੱਤਾ ਭਾਜੀ, ਤੇ ਮੇਰੇ ਬੜੇ ਭਾਈ ਸਾਹਿਬ ਨੇ ਇੰਗਲੈਂਡ, ਉਹਨਾਂ ਨੇ ਬਹੁਤ ਸਾਥ ਦਿੱਤਾ। ਮੇਰੇ ਜੀਜਾ ਜੀ, ਜਾਣੀ ਕਿ ਕਿਸੇ ਟਾਈਮ ਜਾ ਕੇ ਮੇਰੀ ਫੈਮਿਲੀ ਨੇ ਮੇਰੀ ਪੂਰੀ ਸਪੋਰਟ ਕੀਤੀ ਹੈ। ਵੱਡੇ ਭਾਈ ਸਾਹਿਬ ਹੋ ਗਏ, ਮੇਰਾ ਕਜ਼ਨ ਹੈ ਆਸਟ੍ਰੇਲੀਆ ਹਰਪ੍ਰੀਤ, ਉਹਨੇ ਬੜੀ ਮਦਦ ਕੀਤੀ ਹੈ ਮੇਰੀ ਜੀ। ਤੇ ਉਸ ਤੋਂ ਬਾਅਦ ਤੋਂ ਭਾਜੀ ਜੇ ਆਪਾਂ ਇੱਕ ਪਿਛਲਾ ਪਿਛੋਕੜ ਦੇਖੀਏ, ਇੱਕ ਵਾਰ ਤਾਂ ਤੁਸੀਂ ਸੱਚ ਮੰਨੋ ਕਿ ਮੈਂ ਘਰੋਂ ਸੁਸਾਈਡ ਕਰਨ ਵਾਸਤੇ ਚਲਿਆ ਗਿਆ ਸੀ। ਮੰਮੀ ਨੂੰ ਮਿਲਿਆ, ਡੈਡੀ ਨੂੰ ਮਿਲਿਆ ਕਿ ਮੈਂ ਮਾਰਕੀਟ ਹੋ ਕੇ ਆਉਣਾ, ਤੇ ਫਿਰ ਮੈਂ ਗਿਆ। ਫਿਰ ਮੈਂ ਸੋਚਿਆ ਕਿ ਯਾਰ ਨਹੀਂ, ਕਿ ਬੁਰੇ ਲੋਕ ਹੁੰਦੇ ਨੇ ਜਿਹੜੇ ਮਾਰ ਜੀ, ਕਿ ਤੂੰ ਬਿੱਟੂ ਕੁਛ ਉੱਪਰ ਨੂੰ ਆ ਯਾਰ। ਚਲੋ ਪੇਰੈਂਟਸ ਨੇ ਯੈਸ ਤਾਂ ਕੀਤੀ ਕਿ ਹਾਂ ਠੀਕ ਹੈ ਤੈਨੂੰ ਅਸੀਂ ਫਿਰ ਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਅੱਗੇ ਸਾਰਾ ਕੁਝ ਡਿਪੈਂਡ ਮੇਰੇ ਤੇ ਸੀ ਕਿ ਮੈਂ ਕਰਦਾ ਜਾਂ ਨਹੀਂ ਹੁੰਦਾ ਆਪਣੇ ਆਪ ਤੇ। ਉਦੋਂ ਬਾਅਦ ਦੇ ਵਿੱਚੋਂ ਭਾਜੀ ਚਲੋ ਪਰਮਾਤਮਾ ਨੇ ਭਲਾ ਕੀਤਾ, ਥੋੜ੍ਹੀ ਜਿਹੀ ਹੈਲਪ ਹੋਈ ਮੇਰੀ। ਮੈਂ ਆਪਣੀ ਜਿਮ ਕੀਤੀ, ਮਿਹਨਤ ਕੀਤੀ, ਮੈਂ ਆਪਣੀ ਮਿਹਨਤ ਕਰਨ ਤੋਂ ਬਾਅਦ ਮੈਂ ਆਪਣੇ ਆਪ ਨਾਲ ਮੈਂ ਗੱਲ ਕੀਤੀ ਕਿ ਨਹੀਂ ਬਿੱਟੂ ਹੁਣ ਤੂੰ ਉੱਪਰ ਉੱਠ ਸਕਦਾ, ਕਿ ਹਿੰਮਤ ਨਾ ਢਾਹ, ਤੂੰ ਸਾਰੀ ਫੈਮਿਲੀ ਤੇਰੇ ਨਾਲ ਹੋਊਗੀ। ਚਲੋ ਭਾਜੀ ਜਿਮ ਵਗੈਰਾ ਕੀਤੀ, ਮੈਂ ਮਿਹਨਤ ਕਰਦਾ ਰਿਹਾ। ਕੁਝ ਭਾਜੀ ਨਸ਼ੇੜੀ ਮੁੰਡੇ ਮੇਰੇ ਕੋਲ ਆਏ ਤੇ ਉਹਨਾਂ ਨੂੰ ਵੀ ਮੈਂ ਕੁਝ ਆਪਣੀ ਸਟੋਰੀ ਦੱਸਦਾ ਹੁੰਦਾ ਸੀ, ਯਾਰ ਮੇਰੇ ਨਾਲ ਆਹ ਕੁਛ ਹੋਇਆ, ਤੁਸੀਂ ਛੱਡ ਸਕਦੇ। ਉਹਨਾਂ ਨੇ ਮੈਨੂੰ ਕਹਿਣਾ ਭਾਜੀ ਛੱਡ ਨਹੀਂ ਹੁੰਦਾ, ਤੋੜ ਲੱਗਦੀ ਹੈ। ਫਿਰ ਉਹਨਾਂ ਨੂੰ ਕਹਿਣਾ ਕਿ ਯਾਰ ਨਹੀਂ, ਕਿ ਤੂੰ ਇਨਸਾਨ ਕੁਝ ਨਹੀਂ ਕਰ ਸਕਦਾ, ਸਭ ਕੁਝ ਕਰ ਸਕਦਾ, ਇੱਕ ਵਾਰ ਤੁਸੀਂ ਯਾਰ ਆ ਕੇ ਤਾਂ ਦੇਖੋ। ਚਲੋ ਭਾਜੀ ਆਉਂਦੇ ਰਹੇ ਮੇਰੇ ਕੋਲੇ, ਮੈਂ ਮਿਹਨਤ ਕਰਾਉਂਦਾ ਰਿਹਾ। ਕੁਝ ਗੱਲਾਂ ਭਾਈ ਜੋ ਮੇਰੇ ਨਾਲ ਬੀਤੀਆਂ ਸੀਗੀਆਂ, ਮੇਰੀ ਆਪਣੀ ਸਟੋਰੀ ਮੈਂ ਦੱਸਦਾ ਰਿਹਾ। ਕੁਝ ਮੁੰਡੇ ਮੋਟੀਵੇਟ ਹੋਏ
ਤੇ ਉਹਨਾਂ ਨੇ ਨਸ਼ਾ ਛੱਡਿਆ। ਤੇ ਚਲੋ ਸਾਨੂੰ ਖੁਸ਼ੀ ਹੁੰਦੀ ਹੈ ਭਾਜੀ ਜਿਹੜਾ ਕੋਈ ਸਾਡੇ ਕੋਲ ਆ ਕੇ ਸਾਡੇ ਗੱਲਾਂ ਸੁਣ ਕੇ ਨਸ਼ਾ ਛੱਡਦਾ, ਕਿਉਂਕਿ ਭਾਜੀ ਅੱਜ ਕੱਲ੍ਹ ਨਸ਼ੇ ਦਾ ਦੌਰ ਹੈ। ਜੇ ਕੋਈ ਨਸ਼ਾ ਛੱਡਦਾ ਹੈ, ਬਿੱਟੂ ਜੇ ਆਪਾਂ ਗੱਲ ਕਰ ਲਈਏ ਨਸ਼ਾ ਛੱਡਦਾ ਹੈ, ਹਾਂਜੀ ਨਸ਼ੇ ਦੀ ਗੱਲ ਕਰਦੇ ਹੋ, ਕਹਿੰਦੇ ਸਾਡੇ ਕੋਲੇ ਆ ਕੇ ਨਸ਼ਾ ਛੱਡਦਾ, ਪਰ ਬਹੁਤੇ ਲੋਕਾਂ ਦੇ ਸਵਾਲ ਹੁੰਦੇ ਆ, ਬਹੁਤੇ ਲੋਕ ਕਹਿੰਦੇ ਜਿੰਮਾਂ ਦੇ ਵਿੱਚ ਮੁੰਡੇ ਪੱਟੇ ਜਾਂਦੇ ਆ ਸਰੀਰ ਬਣਾਉਣ ਦੇ ਚੱਕਰ ਦੇ ਵਿੱਚ, ਜਿਹੜੇ ਡੌਲੇ ਦਿੰਦੇ ਆ, ਜਿਹੜੇ ਬਿੱਟੂ ਦੇ ਡੌਲੇ ਦਿੰਦੇ ਆ ਜਾਂ ਹੋਰਾਂ ਮੁੰਡਿਆਂ ਦੇ ਡੌਲੇ ਛਾਤੀਆਂ ਦਿੰਦੀਆਂ ਨੇ, ਇਹ ਬਣਾਉਣ ਦੇ ਚੱਕਰ 'ਚ ਕਹਿੰਦੇ ਪੱਟੇ ਜਾਂਦੇ ਆ, ਨਸ਼ਾ ਕਰਨ ਲੱਗ ਜਾਂਦੇ ਆ, ਟੀਕੇ ਲਾਉਣ ਲੱਗ ਜਾਂਦੇ ਆ ਜਾਂ ਪਾਊਡਰ ਖਾਣ ਲੱਗ ਜਾਂਦੇ ਆ। ਭਾਜੀ ਸੱਚ ਕੀ ਹੈ ਇਹਦੇ ਪਿੱਛੇ? ਦੇਖੋ ਭਾਜੀ ਇਹ ਮੈਂਟੈਲਿਟੀ ਦਾ ਕੰਮ ਕਰਦੀ ਹੈ ਲੋਕਾਂ ਦੇ। ਲੋਕ ਕੀ ਸੋਚਦੇ, ਇਹਨਾਂ ਨੂੰ ਕੁਝ ਪਤਾ ਹੀ ਨਹੀਂ, ਤੇ ਜਿਹੜੇ ਲੋਕ ਆਪਣੇ ਆਪ ਨੂੰ ਉੱਪਰ ਚੱਕ ਨਹੀਂ ਸਕਦੇ ਉਹਨਾਂ ਨੇ ਨੁਕਸ ਹੀ ਕੱਢਣੇ ਆ। ਹੁਣ ਲਾ ਲਓ ਕਿ ਕੋਈ ਬੋਡੀ ਬਿਲਡਰ ਦੀ ਗੱਲ ਕਰ ਲਈਏ, ਜੇ ਕੋਈ ਬੋਡੀ ਬਿਲਡਰ ਮਰਦਾ ਆ ਤਾਂ ਲੋਕਾਂ ਦਾ ਸਭ ਤੋਂ ਪਹਿਲਾ ਰਿਐਕਸ਼ਨ ਤਾਂ ਕੀ ਹੁੰਦਾ, ਟੀਕਾ ਲਾ ਲਿਆ ਹੋਣਾ ਯਾਰ, ਓਵਰਡੋਜ਼ ਲਾ ਲਈ ਯਾਰ ਇਹਨੇ, ਮਰ ਗਿਆ। ਪਰ ਨਹੀਂ ਭਾਜੀ, ਇੱਕ ਡੈਥ ਹੈ ਨੈਚੁਰਲ ਚੀਜ਼, ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ, ਕੋਈ ਵੀ ਇਸ਼ੂ ਹੋ ਸਕਦਾ। ਪਰ ਜਿੰਮ ਵਾਲਿਆਂ ਨੂੰ ਲੋਕਾਂ ਨੇ ਬਦਨਾਮ ਕਰਤਾ ਕਿ ਆ ਟੀਕੇ ਲਾਉਂਦੇ ਆ, ਪਾਊਡਰ ਖਾਂਦੇ ਆ। ਭਾਜੀ ਇੱਕ ਪਾਊਡਰ ਜੋ ਹੈ ਉਹ ਦੁੱਧ ਤੋਂ ਬਣਦਾ। ਪਾਊਡਰ ਤਾਂ ਖਾਂਦੇ ਆ, ਹਾਂ ਠੀਕ ਹੈ। ਜੇ ਆਪਾਂ ਗੱਲ ਕਰੀਏ ਵੱਡੇ ਵੱਡੇ ਡੌਲਿਆਂ ਦੀਆਂ ਚੌੜੀ ਛਾਤੀਆਂ ਦੀ, ਇਹ ਭਾਜੀ ਮਿਹਨਤ ਨਾਲ ਬਣਦਾ। ਜੇ ਮਿਹਨਤ ਕਰਦਾ ਹੈ, ਜਿਹੜਾ ਕੋਈ ਬੰਦਾ ਇਹ ਗੱਲ ਕਹਿੰਦਾ ਨਾ ਕਿ ਯਾਰ ਪਾਊਡਰ ਖਾਂਦੇ, ਇੱਕ ਵਾਰ ਪਾਊਡਰ ਖਾ ਕੇ ਜਿੰਮ 'ਚ ਮਿਹਨਤ ਮਾਰ ਕੇ ਦੇਖੋ, ਇਹ ਪਤਾ ਲੱਗਦਾ ਭਾਜੀ। ਉਹ ਕਹਿੰਦਾ ਜਾਂ ਰਾਹ ਜਾਣੇ ਜਾਂ ਫਿਰ ਬਾਹ ਵੇ ਜਾਣਾ, ਫੋਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਹੀ ਨਹੀਂ। ਜਿੰਮ 'ਚ ਆਓ, ਜ਼ੋਰ ਲਾਓ, ਦਿਖਾਓ ਕਿੰਨਾ ਤੁਹਾਡੇ 'ਚ ਪਾਵਰ। ਬਿੱਟੂ ਇਹ ਜੇ ਪਾਊਡਰ ਖਾ ਕੇ ਬੰਦਾ ਜਿਮ ਨਹੀਂ ਲਾਉਂਦਾ ਹੈ, ਵਰਜਿਸ਼ ਨਹੀਂ ਕਰਦਾ, ਐਕਸਰਸਾਈਜ਼ ਨਹੀਂ ਕਰਦਾ, ਤਾਂ ਅਸਰ ਕੀ ਪਾਉਂਦਾ ਹੈ? ਭਾਜੀ ਦੇਖੋ ਇਹ ਚੀਜ਼ ਹੁੰਦੀ ਕਿ ਜੇ ਤੁਹਾਡੀ ਨੈਚੁਰਲ ਡਾਈਟ ਵਧੀਆ ਹੈ, ਠੀਕ ਹੈ, ਤੁਸੀਂ ਚਿਕਨ ਖਾ ਰਹੇ ਹੋ, ਅੰਡੇ ਖਾ ਰਹੇ ਹੋ, ਦਲੀਆ ਖਾ ਰਹੇ ਹੋ, ਹੋਰ ਕਈ ਚੀਜ਼ਾਂ ਹੈ, ਇਹ ਡਿਪੈਂਡ ਕਰਦਾ ਕਿ ਤੁਹਾਡੇ ਤੇ ਯਾਰ ਜੇ ਤੁਸੀਂ ਖਾਣਾ ਹੈ ਤਾਂ ਖਾ ਸਕਦੇ ਹੋ। ਇਹ ਹਾਂ, ਜਿਹਨੂੰ ਲੱਗਦਾ ਕਿ ਯਾਰ ਮੈਂ ਪ੍ਰੋਟੀਨ ਵੀ ਲੈਣਾ ਹੈ ਉਹ ਲੈ ਸਕਦਾ। ਮੇਰੀ ਜਿੰਮ 'ਚ ਕੋਈ ਬੱਚੇ ਆਉਂਦੇ ਆ, ਮੈਂ ਉਹਨਾਂ ਨੂੰ ਸੁਜੈਸਟ ਨਹੀਂ ਕਰਦਾ ਕਿ ਤੁਸੀਂ ਪ੍ਰੋਟੀਨ ਖਾਓ, ਪਰ ਜੇ ਕੋਈ ਬੱਚਾ ਕਹਿੰਦਾ ਕਿ ਭਾਜੀ ਮੇਰੀ ਇੱਛਾ ਹੈ, ਆਪਾਂ ਕਿਸੇ ਦੀ ਇੱਛਾ ਨਹੀਂ ਮਾਰ ਸਕਦੇ, ਉਹਦੀ ਇੱਛਾ ਹੈ ਕਿ ਲੈਣਾ ਚਾਹੁੰਦਾ ਕਿ ਨਹੀਂ ਲੈਣਾ ਚਾਹੁੰਦਾ। ਨੁਕਸਾਨ ਪਹੁੰਚਾਉਂਦਾ ਹੈ ਕਦੇ ਭਾਜੀ? ਮੇਰੇ ਹਿਸਾਬ ਨਾਲ ਤਾਂ ਜੀ ਦਿਨ ਦੇਖੋ, ਮੈਨੂੰ ਜਿੰਨੀ ਕੁ ਨੌਲੇਜ ਹੈ, ਮੇਰੇ ਹਿਸਾਬ ਨਾਲ ਤਾਂ ਨੁਕਸਾਨ ਨਹੀਂ ਪਹੁੰਚਾਉਂਦਾ। ਹਾਂ, ਜੇ ਤੁਸੀਂ ਭਾਜੀ ਲੋ ਕੁਆਲਿਟੀ ਦਾ ਖਾਂਦੇ ਹੋ, ਜਾਲੀ ਖਾਂਦੇ ਹੋ, ਉਹ ਭਾਜੀ ਫਿਰ ਤੁਹਾਨੂੰ ਖਾਣ ਪਹੁੰਚਾਉਂਦਾ। ਪਹਿਚਾਣ ਕੀ ਹੈ ਇਹਦੀ? ਪਹਿਚਾਣ ਭਾਜੀ ਦੇਖੋ ਡਿਪੈਂਡ ਕਰਦਾ ਤੁਹਾਡੇ ਖਾਣ ਤੇ, ਤੁਸੀਂ ਕਿੰਨਾ ਖਾਂਦੇ ਹੋ, ਕਿੰਨਾ ਨਹੀਂ ਖਾਂਦੇ, ਕਿੰਨੀ ਕੁਆਂਟੀਟੀ ਲੈਂਦੇ ਹੋ। ਲਾਈਕ ਮੈਂ ਕਹਿ ਦਵਾਂ ਕਿ ਯਾਰ ਮੈਂ ਵਰਕਆਊਟ ਕਰਕੇ 1 ਸਕੂਪ ਲੈਣਾ ਤੇ ਮੇਰਾ ਵਧੀਆ ਸਕੂਪ ਹੈ ਤੇ ਵਧੀਆ ਪ੍ਰੋਟੀਨ, ਠੀਕ ਹੈ, ਸਫੀਸ਼ੀਐਂਟ ਹੈ। ਕਈ ਬੱਚੇ ਕੀ ਕਰਦੇ, 2 ਨੰਬਰ ਵਾਲਾ ਪ੍ਰੋਟੀਨ ਹੁੰਦਾ ਭਾਜੀ, ਉਹਦੇ 2-2 3-3 ਚਮਚ ਖਾਂਦੇ ਆ, ਸਵੇਰੇ ਵੀ ਖਾਂਦੇ ਆ, ਸ਼ਾਮ ਨੂੰ ਵੀ ਖਾਂਦੇ ਆ। ਕੁਝ ਟ੍ਰੇਨਰ ਭਾਜੀ ਇੱਦਾਂ ਦੇ ਹੁੰਦੇ ਆ ਜਾਂ ਸਪਲੀਮੈਂਟ ਵਾਲੇ ਇੱਦਾਂ ਦੇ ਹੁੰਦੇ ਆ ਕਿ ਉਹ ਬੱਚਿਆਂ ਨੂੰ ਗਾਈਡ ਨਹੀਂ ਕਰਦੇ। ਜੇ ਸਪਲੀਮੈਂਟ ਦੇਣਾ ਵੀ ਉਹਦੀ ਏਜ ਦੇਖੋ ਤੇ ਬੰਦੇ ਦਾ ਐਕਸਪੀਰੀਅੰਸ ਦੇਖੋ ਕਿ ਬੱਚੇ ਨੂੰ ਕਿੰਨਾ ਟਾਈਮ ਹੋ ਗਿਆ ਲਾਉਂਦੇ ਨੂੰ, ਤਾਂ ਬਣਦੀ ਗੱਲ। ਵਰਕਆਊਟ ਕਰਨ ਤੋਂ ਬਾਅਦ ਖਾਣਾ ਚਾਹੀਦਾ ਹੈ ਕਿ ਪਹਿਲਾਂ ਖਾਣਾ ਚਾਹੀਦਾ? ਭਾਜੀ ਵਰਕਆਊਟ ਤੋਂ ਬਾਅਦ, ਕਿਉਂਕਿ ਜੇ ਆਪਣੇ ਬੋਡੀ ਦੇ ਟਿਸ਼ੂ ਟੁੱਟਦੇ ਆ ਤਾਂ ਉਹ ਜੁਆਇੰਟ ਕਰਦਾ ਹੈ, ਤਾਂ ਜਿਹੜੀ ਆਪਣੀ ਐਨਰਜੀ ਜਾਂਦੀ ਆ ਉਹ ਐਨਰਜੀ ਫਿਰ ਦੁਬਾਰਾ ਲੈ ਕੇ ਆਉਂਦਾ। ਪਰ ਕਈ ਨੌਜਵਾਨ ਤਾਂ ਕਹਿੰਦੇ ਜੇ ਪਹਿਲਾਂ ਖਾਂਦੇ ਆ ਫਿਰ ਜੋਸ਼ ਜ਼ਿਆਦਾ ਆ ਜਾਂਦਾ ਹੈ, weight ਵੱਧ ਚੱਕਿਆ ਜਾਂਦਾ ਖਾ ਕੇ। ਨਹੀਂ ਭਾਜੀ, ਇਹ ਕਹਿਣ ਦੀਆਂ ਗੱਲਾਂ। ਹਾਂ, ਜੋ ਚੀਜ਼ ਬਾਅਦ ਚੋਂ ਹੈ ਭਾਜੀ ਉਹ ਬਾਅਦ ਚੋਂ ਹੀ ਹੈ। ਬਾਕੀ ਹਰ ਕਿਤੇ ਭਾਜੀ ਆਪਣਾ ਆਪਣਾ ਮੈਥਡ ਹੈ, ਆਪਾਂ ਕਿਹਦਾ ਮੈਥਡ ਬਦਲ ਨਹੀਂ ਸਕਦੇ। ਪਰ ਰੂਟੀਨ ਦੇ ਵਿੱਚ ਵੀ ਸਟੀਰਾਇਡ ਹੁੰਦਾ ਹੈ। ਦੇਖੋ ਭਾਜੀ ਜਿਹੜਾ ਰੀਜਨਲ ਹੈ ਉਹਦੇ 'ਚ ਤਾਂ ਨਹੀਂ ਹੁੰਦਾ। ਦੇਖੋ ਇਹ ਦੁੱਧ ਤੋਂ ਬਣਦਾ ਆ। ਹਾਂ, ਜਿਹੜੇ ਜਾਲੀ ਵੇਚਦੇ ਆ ਬੰਦੇ, ਉਹਨਾਂ ਨੂੰ ਹੁੰਦਾ ਕਿ ਇਨਕਮ ਵਧੀਆ ਹੋ ਜੇ, ਉਹ ਆਈ ਡੋਂਟ ਨੋ ਕੀ ਪਾਉਂਦੇ ਆ ਵਿੱਚੋਂ ਦੀ। ਲਾਈਕ ਕਈ ਵਾਰ ਗੋਲੀਆਂ ਭੋਰ ਕੇ ਪਾ ਦਿੰਦੇ ਆ, ਕੁਛ ਹੋਰ ਚੀਜ਼ਾਂ ਪਾ ਦਿੰਦੇ ਆ, ਪਰ ਉਹ ਉਹਨਾਂ ਲਈ ਗਲਤ ਹੈ, ਕਿਉਂਕਿ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਬਹੁਤ ਬੁਰੀ ਚੀਜ਼ ਹੈ। ਬੁਰੀ ਚੀਜ਼। ਹਾਂਜੀ। ਜੇ ਬਿੱਟੂ ਹੁਣ ਗੱਲ ਕਰ ਲਈਏ, ਆਪਾਂ ਪਿੱਛੇ ਮੁੜ ਆਈਏ ਦੁਬਾਰਾ, ਬਿੱਟੂ ਦੇ ਸੰਘਰਸ਼ ਦੀ ਕਹਾਣੀ ਦੀ। ਬਿੱਟੂ ਨੇ ਸੰਘਰਸ਼ ਕੀਤਾ ਹੈ, ਮਾਂ ਪਿਓ ਨੇ ਸਾਥ ਦਿੱਤਾ ਹੈ, ਉਸਤਾਦ ਚੰਗਾ ਮਿਲ ਗਿਆ ਬਿੱਟੂ ਨੂੰ। ਹਾਂਜੀ ਬਿਲਕੁਲ। ਡੀਮੋਟੀਵੇਟ ਹੁੰਦਾ ਜਿਹੜਾ ਜ਼ਿੰਦਗੀ ਕਹਿ ਦਈਏ ਚੰਗੇ ਰਾਹ ਤੇ ਆ ਗਈ, ਲੀਹ ਤੇ ਚੜਿਆ ਹੀ ਦੁਬਾਰਾ ਬਿੱਟੂ ਦੀ ਜ਼ਿੰਦਗੀ। ਬਿੱਟੂ ਨੇ ਕਿੰਨੀਆਂ ਕਿ ਜ਼ਿੰਦਗੀਆਂ ਦੁਬਾਰਾ ਲੀਹ ਤੇ ਚੜਾਤੀਆਂ। ਦੇਖੋ ਡਾਕਟਰ ਦਾ ਕੰਮ ਹੈ ਭਾਜੀ, ਜੇ ਆਪਾਂ ਉਹਦੇ ਕੋਲ ਜਾ ਕੇ ਹਰ ਗੱਲ ਦੱਸਾਂਗੇ ਤਾਂ ਡਾਕਟਰ ਤਾਂ ਦਵਾਈ ਦੇਊਗਾ। ਕਈ ਬੱਚੇ ਨਸ਼ੇ ਕਰਦੇ ਸੀਗੇ, ਮੇਰੇ ਕੋਲ ਆ ਕੇ ਫਰੈਂਕਲੀ ਹੋਏ ਨੇ ਕਿ ਭਾਜੀ, ਜਾਂ ਕਈ ਉਸਤਾਦ ਜੀ ਕਹਿੰਦੇ ਸੀ ਕਿ ਭਾਜੀ ਸਾਡੀ ਆਹ ਪ੍ਰੋਬਲਮ ਹੈ, ਅਸੀਂ ਛੱਡ ਨਹੀਂ ਸਕਦੇ। ਚਲੋ ਉਹਨਾਂ ਨੂੰ ਕੁਝ ਦੱਸਿਆ, ਵਧੀਆ ਗੱਲਾਂ ਦੱਸੀਆਂ, ਉਹ ਨਸ਼ਾ ਛੱਡ ਗਏ। ਚਲੋ ਸਾਨੂੰ ਵੀ ਖੁਸ਼ੀ ਹੁੰਦੀ ਹੈ। ਮੁੰਡਾ ਨਵੀਂ ਹੈ, ਉਹ ਬਾਉਂਸਰ ਹੈ ਜੀ ਸ਼ਾਹਪੁਰ ਦਾ, ਉਹ ਮੇਰੇ ਕੋਲ ਆਇਆ। ਉਹ ਜਦੋਂ ਆਇਆ ਉਹਨਾਂ ਨੂੰ ਗੱਲ ਕਹੀ ਸੀ ਕਿ ਭਾਜੀ ਮੈਂ ਮਿਹਨਤ ਕਰਨੀ, ਮੈਂ ਕੁਝ ਬਣਨਾ। ਚਲੋ ਭਾਜੀ ਉਹ ਮੁੰਡੇ ਦੀ ਮਿਹਨਤ ਵੀ ਕਰਾਈ ਤੇ ਮੁੰਡਾ ਬਹੁਤ ਵਧੀਆ, ਰਿਸਪੈਕਟਡ ਮੁੰਡਾ, ਬਹੁਤ ਜ਼ਿਆਦਾ ਇੱਜ਼ਤ ਕਰਦਾ, ਮਿਹਨਤ ਕਰਾ ਰਹੇ ਹਾਂ, ਹਜੇ ਵੀ ਚੱਲ ਰਹੀ ਹੈ, ਹਜੇ ਵੀ ਮਿਹਨਤ ਕਰ ਰਹੇ। ਚਲੋ ਜਿਹੜਾ ਉਹਦਾ ਮੁਕਾਮ ਹੈ, ਪਰਮਾਤਮਾ ਕਰੇ ਉਹ ਆਪਣੇ ਲੈਵਲ ਤੱਕ ਜ਼ਰੂਰ ਪਹੁੰਚੂਗਾ। ਬਾਉਂਸਰਾਂ ਦੀ ਗੱਲ ਕੀਤੀ ਹੈ ਤੁਸੀਂ ਕਿਹਾ ਮੁੰਡਾ ਨਵੀਂ ਆਇਆ ਮੇਰੇ ਕੋਲੇ ਬਾਉਂਸਰ ਬਣਿਆ। ਹਾਂਜੀ। ਤੁਸੀਂ
ਵੀ ਸਰੀਰ ਬਣਾਇਆ ਬਾਉਂਸਰ ਤੁਸੀਂ ਵੀ ਬਣ ਸਕਦੇ ਸੀ। ਤੁਸੀਂ ਇੱਕ ਜਿਮ ਆਪਣਾ ਖੁਦ ਦਾ ਖੋਲਿਆ ਜਿਮ, ਤੁਸੀਂ ਇੱਧਰਲਾ ਰਾਹ ਚੁਣਿਆ। ਹਾਂਜੀ ਕੀ ਗੱਲ ਬਾਉਂਸਰਾਂ ਦੇ ਕੋਲੇ ਪੈਸੇ ਨਹੀਂ ਹੁੰਦੇ? ਬਾਉਂਸਰਾਂ ਦੀ ਜ਼ਿੰਦਗੀ ਕੀ ਹੈ, ਬਹੁਤੀ ਚੰਗੀ ਨਹੀਂ ਹੁੰਦੀ ਬਾਉਂਸਰਾਂ ਦੀ ਜ਼ਿੰਦਗੀ, ਜਿਹੜਾ ਤੁਸੀਂ ਬਾਉਂਸਰ ਨਹੀਂ ਬਣੇ? ਭਾਜੀ ਦੇਖੋ, ਜੇ ਆਪਾਂ ਗੱਲ ਕਹੀਏ ਬਾਉਂਸਰਾਂ ਦੀ, ਕਈਆਂ ਦੀ ਜ਼ਿੰਦਗੀ ਵਧੀਆ ਵੀ ਹੁੰਦੀ ਹੈ, ਕਈਆਂ ਦੀ ਨਹੀਂ ਵੀ ਹੁੰਦੀ। ਕਈ ਗਰੀਬ ਹੁੰਦੇ ਘਰੋਂ, ਉਹ ਵਿਚਾਰੇ ਜਾਂਦੇ ਆ, ਦੇਖੋ ਸਰੀਰ ਤਕੜੇ ਹੁੰਦੇ ਉਹਨਾਂ ਦੇ, ਉਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਮਿਹਨਤ ਕਰਦੇ ਆ ਤੇ ਚੱਲ ਵੀ ਰਹੀ ਹੁੰਦੀ ਹੈ ਖੁਰਾਕ। ਕੁਝ ਮੁੰਡੇ ਦਾ ਜਿਹੜਾ ਉਹਨੂੰ ਪੇਮੈਂਟ ਮਿਲਦੀ ਹੈ ਉਹ ਖੁਰਾਕ ਲੈਂਦੇ ਆ ਆਪਣੀ, ਜਿਵੇਂ ਨਵੀਂ ਬਾਉਂਸਰ ਲਾ ਲਓ ਮੁੰਡਾ, ਉਹ ਜਾਂਦਾ ਆ ਉਹਦੀ ਖੁਰਾਕ ਖਾ ਕੇ ਆਪਣਾ ਬੋਡੀ ਗਰੋ ਕਰਦੇ। ਕਈ ਚੰਗੇ ਵੀ ਨੇ ਭਾਜੀ ਘਰੋਂ, ਕਈਆਂ ਦਾ ਸ਼ੌਂਕ ਹੁੰਦਾ। ਮੈਨੂੰ ਸ਼ੌਂਕ ਨਹੀਂ ਸੀ ਇਹ ਚੀਜ਼ ਦਾ, ਪਰ ਮੈਨੂੰ ਸ਼ੌਂਕ ਹੈ ਭਾਜੀ ਜਿਮ ਦਾ, ਕਿ ਮੈਂ ਵਰਕਆਊਟ ਕਰਾਂ ਤੇ ਮੁੰਡਿਆਂ ਨੂੰ ਕਰਾਵਾਂ। ਜੇ ਭਾਜੀ ਲਾਈਏ ਬਾਉਂਸਰਿੰਗ ਲੈਣ ਜਾਣਾ ਭਾਜੀ, ਮੈਂ ਫਿਰ ਆਪਣੀ ਜਿਮ ਨੂੰ ਟਾਈਮ ਨਹੀਂ ਦੇ ਪਾਊਂਗਾ, ਕਿਉਂਕਿ ਜਿੰਨੇ ਵੀ ਮੇਰੇ ਬੱਚੇ ਹੈ, ਮੇਰੀ ਫੈਮਿਲੀ ਹੈ, ਸਾਰੇ ਮੇਰੀ ਵੇਟ ਕਰਦੇ ਆ 4 ਵਜੇ, ਭਾਜੀ ਆਣਗੇ, ਭਾਜੀ ਆਣਗੇ, ਭਾਜੀ ਆਣਗੇ। ਕਿੰਨਾ ਕੁ ਕਮਾ ਲੈਂਦਾ ਅੱਜ ਬਿੱਟੂ? ਵਧੀਆ ਗੁਜ਼ਾਰਾ ਹੁੰਦਾ ਜ਼ਿੰਦਗੀ ਦਾ? ਦੇਖੋ ਭਾਜੀ, ਪੈਸੇ ਨਾਲ ਕਿਸੇ ਤਮਾ ਦਾ ਭਰਦੀ। ਜਿਵੇਂ ਮੈਂ ਪਹਿਲਾਂ ਆਪਣਾ ਗੁਜ਼ਰਿਆ ਕੱਲ ਦੇਖਾਂ ਕਿ ਮੈਂ 9 ਲੱਖ ਰੁਪਇਆ ਖਰਾਬ ਕਰਕੇ ਆਇਆ ਸੀਗਾ, ਤੇ ਅੱਜ ਦਾ ਟਾਈਮ ਦੇਖਾਂ, ਮੈਂ ਠੀਕ ਹਾਂ ਭਾਜੀ, ਬਹੁਤ ਠੀਕ, ਬਹੁਤ ਠੀਕ ਹੈ। ਦੇਖੋ ਭਾਜੀ, ਪਰਮਾਤਮਾ ਪੈਸਾ ਜ਼ਿਆਦਾ ਵੀ ਨਾ ਦੇਵੇ, ਘੱਟ ਵੀ ਨਾ ਦੇਵੇ, ਚੱਲ ਕਿ ਠੀਕ ਹੈ। ਇਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਮੁੰਡੇ ਤੁਹਾਡੇ ਕੋਲੇ ਆਉਂਦੇ ਆ, ਕੁੜੀਆਂ ਤੁਹਾਡੇ ਕੋਲੇ ਆਉਂਦੀਆਂ ਨੇ, ਕਿ ਇਹ ਸ਼ੌਂਕ ਨੂੰ ਲਾਉਣਾ ਚਾਹੀਦਾ ਹੈ ਜਿਮ? ਭਾਜੀ ਡਿਪੈਂਡ ਕਰਦਾ ਤੁਹਾਡੇ ਆਪਣੀ ਥਿੰਕਿੰਗ ਦੇ, ਤੁਸੀਂ ਕੀ ਸੋਚਦੇ ਹੋ। ਕਈ ਬੱਚਿਆਂ ਨੂੰ ਹੁੰਦਾ ਕਿ ਭਾਜੀ ਅਸੀਂ ਟ੍ਰੇਨਰ ਬਣਨੇ, ਉਹ ਵੀ ਨਾ ਕਰਦੇ। ਕਈ ਬੱਚੇ ਆਉਂਦੇ ਆ ਕਿ ਭਾਜੀ ਓਨਲੀ ਫਿਟਨੈਸ ਲਈ, ਕਿ ਬਸ ਭਾਜੀ ਫਿਟਨੈਸ ਸੀ ਦੀ ਫਿਟਨੈਸ ਰਹੇ ਉਹਦੇ ਲਈ। ਤੇ ਭਾਜੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਯਾਰ ਆਪਣੀ ਬੋਡੀ ਲਈ ਟਾਈਮ ਕੱਢੋ, ਜਿਮ ਆਓ। ਜਿਮ ਆਉਣ ਦਾ ਟਾਈਮ ਨਹੀਂ ਕਿ ਮੁੰਡੇ ਆਫਿਸ ਵਰਕ ਕਰਦੇ ਆ, ਕੁੜੀਆਂ ਆਫਿਸ ਵਰਕ ਕਰਦੀਆਂ, ਪਾਰਕ ਚਲੇ ਜਾਓ, ਉੱਥੇ ਟਾਈਮ ਨਹੀਂ, ਆਪਣੇ ਘਰੇ ਘੰਟਾ ਕੱਢ ਲਓ। ਜਾਣੀ ਕਿ ਤੁਸੀਂ ਮਿਹਨਤ ਕਰੋ, ਮਿਹਨਤ ਦੇ ਨਾਲ ਹੀ ਸਭ ਕੁਛ ਹੈ। ਮਿਹਨਤ ਕਰਾਂਗੇ ਭਾਜੀ, ਬਿਮਾਰੀਆਂ ਤੋਂ ਬਚਾਂਗੇ ਆਪਾਂ, ਸਰੀਰ ਸੈੱਟ ਰਹੂਗਾ। ਮੇਨ ਅੱਗੇ ਚੀਜ਼ ਹੈ ਪ੍ਰੋਪਰਟੀ ਭਾਜੀ ਆਪਣਾ ਸਰੀਰ ਹੈ ਜੀ। ਪੈਸਾ ਨਹੀਂ ਹੈਗੀ, ਘਰ ਨਹੀਂ ਹੈਗੀ, ਕੁਛ ਨਹੀਂ ਹੈਗਾ, ਸਰੀਰ ਹੈ ਆਪਣਾ। ਸਰੀਰ ਤੰਦਰੁਸਤ ਹੈ, ਮਿਹਨਤ ਕਰ ਸਕਦੇ ਹਾਂ, ਪੈਸਾ ਕਮਾ ਸਕਦੇ ਹਾਂ, ਘਰ ਬਣਾ ਸਕਦੇ ਹਾਂ। ਆ ਸਰੀਰ ਸਹੀ ਨਹੀਂ ਤਾਂ ਭਾਜੀ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੂੰ ਅੱਜ ਫਿਰ ਖੁਸ਼ ਆ ਜ਼ਿੰਦਗੀ ਤੋਂ ਆਪਣੀ ਤੋਂ ਪੂਰਾ? ਹਾਂ ਭਾਜੀ, ਅੱਜ ਮੈਂ ਖੁਸ਼ ਹਾਂ ਜੀ। ਜੇ ਆਪਾਂ ਪਹਿਲਾਂ ਜ਼ਿੰਦਗੀ ਦੇਖੀਏ ਕਿ ਕਿਸੇ ਟਾਈਮ ਘਰ ਤੋਂ ਬਾਹਰ ਜਾਣਾ, ਸੁਸਾਈਡ ਕਰਨ ਬਾਰੇ ਸੋਚ ਲੈਣਾ, ਸੋਚ ਵੀ ਕੀ ਲੈਣਾ, ਕੀ ਕਰ ਹੀ ਲੈਣਾ, ਤੇ ਉਹ ਜ਼ਿੰਦਗੀ ਤੇ ਅੱਜ ਵਾਲੀ ਜ਼ਿੰਦਗੀ ਦੇਖੀਏ ਮੈਂ ਖੁਸ਼ ਹਾਂ ਭਾਜੀ। ਪਰ ਮੈਂ ਹਰ ਇੱਕ ਸਰੋਤੇ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਯਾਰ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਹਿੰਮਤ ਨਾ ਹਾਰੋ ਯਾਰ। ਜੇ ਉਸ ਟਾਈਮ ਤੇ ਮੈਂ ਹਿੰਮਤ ਹਾਰ ਜਾਂਦਾ, ਮੈਂ ਮਰ ਜਾਂਦਾ, ਮੇਰੇ ਪੇਰੈਂਟਸ ਰੋਜ਼ ਮਰਦੇ। ਕਿ ਆਪਣੇ ਆਪ ਨੂੰ ਉੱਠੋ, ਗਰੋ ਕਰੋ। ਚਲੋ ਮੈਂ ਕਿਸਮਤ ਸੀ ਕਿ ਮੈਨੂੰ ਮੇਰੇ ਪੇਰੈਂਟਸ ਨੇ, ਮੇਰੇ ਉਸਤਾਦ ਜੀ ਨੇ, ਨੀਲ ਕੁਮਾਰ ਜੀ ਖੰਨਾ ਤੋਂ, ਕਰਨ ਹੈਲਥ ਕਲੱਬ ਵਾਲੇ ਭਾਜੀ, ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ, ਮੇਰੇ ਨਾਲ ਖੜੇ, ਤਾਂ ਜੋ ਅੱਜ ਮੈਂ ਜ਼ਿੰਦਗੀ ਵਧੀਆ ਜੀ ਰਿਹਾ ਭਾਜੀ। ਮੈਨੂੰ ਲੱਗਦਾ ਬਿੱਟੂ ਬਹੁਤ ਘੱਟ ਲੋਕਾਂ ਨੂੰ ਚਾਂਸ ਮਿਲਦਾ ਉਹ ਜਿਹੜਾ ਤੁਹਾਨੂੰ ਮਿਲਿਆ। ਬਿਲਕੁਲ ਭਾਜੀ, ਬਿਲਕੁਲ, ਇਹ ਤੁਹਾਡੀ ਗੱਲ 100% ਸਹੀ ਹੈ। ਕਿਉਂਕਿ ਕਈ ਵਾਰ ਭਾਜੀ ਅਗਲਾ ਕਈ ਵਾਰ ਸੋਚ ਕੇ ਤੁਰਦਾ ਹੈ, ਉਹ ਪਿੱਛੇ ਨਹੀਂ ਦੇਖਦਾ। ਪਰ ਮੈਂ ਕਿਸਮਤ ਵਾਲਾ ਭਾਜੀ ਕਿ ਜ਼ਿੰਦਗੀ ਦੁਬਾਰਾ ਮੌਕਾ ਨਹੀਂ ਦਿੰਦੀ। ਮੈਂ ਉਹ ਟਰੈਕ ਤੋਂ ਵਾਪਸ ਘੁੰਮ ਕੇ ਮੈਂ ਆਪਣੇ ਵਧੀਆ ਟਰੈਕ ਤੇ ਆਇਆ ਜੀ।